ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 12 ਮਹਾਮਾਂਜ ਦੀ ਬਾਣੀ ਦਾ 9ਵਾਂ ਸ਼ਬਦ ਹੈ, ਜਿਸ ਵਿੱਚ ਗੁਰੂ ਅਰਜਨ ਦੇਵ ਜੀ ਕੱਤਕ ਮਹੀਨੇ ਵਿੱਚ ਉਪਦੇਸ਼ ਕਰ ਰਹੇ ਹਨ। ਕੱਤਕ ਦੀ ਸੁਹਾਵਣੀ ਰੁੱਤ ਵਿੱਚ ਵੀ ਜੇ ਪ੍ਰਭੂ ਪਤੀ ਨਾਲੋਂ ਵਿਛੋੜਾ ਰਿਹਾ ਤਾਂ ਇਹ ਆਪਣੇ ਕੀਤੇ ਕਰਮਾਂ ਦਾ ਸਿੱਟਾ ਹੈ। ਕਿਸੇ ਹੋਰ ਦੇ ਮੱਥੇ ਕੋਈ ਦੋਸ਼ ਨਹੀਂ ਲਾਇਆ ਜਾ ਸਕਦਾ। ਸਾਹਿਬ ਜੀ ਦੇ ਬਚਨ ਹਨ, ਕੱਤਕ ਕਰਮ ਕਮਾਵਣੇ, ਦੋਸ਼ ਨਾ ਕਾਹੂ ਜੋਗ। ਇਹ ਸੰਸਾਰ ਪਰਮਾਤਮਾ ਦੀ ਖੇਡ ਹੈ। ਸਾਰੇ ਸੰਸਾਰ ਨੂੰ ਪਰਮਾਤਮਾ ਆਪਣੇ ਹੁਕਮ ਵਿੱਚ ਚਲਾਉਂਦਾ ਹੈ। ਸਾਰੇ ਸੰਸਾਰ ਦਾ ਪ੍ਰਬੰਧ ਪਰਮਾਤਮਾ ਦੇ ਬਣਾਏ ਹੋਏ ਅਟਲ ਕਾਨੂੰਨ ਨਿਯਮਾਂ ਦੇ ਅਨੁਸਾਰ ਚੱਲਦਾ ਹੈ ਅਤੇ ਉਹਨਾਂ ਨਿਯਮਾਂ ਦੇ ਵਿੱਚੋਂ ਇੱਕ ਹੈ ਕਰਮ ਸਿਧਾਂਤ। ਜੀਵ ਜਿਹੋ ਜਿਹੇ ਕਰਮ ਕਰਦੇ ਹਨ ਉਹੋ ਜਿਹਾ ਫਲ ਉਹਨਾਂ ਨੂੰ ਮਿਲਦਾ ਹੈ। ਕੀਤੇ ਹੋਏ ਕਰਮ, ਚੰਗੇ ਕਰਮ ਜਾਂ ਭੈੜੇ ਕਰਮ ਜਾਂ ਮੰਦੇ ਕਰਮ, ਮਨੁੱਖ ਇਹਨਾਂ ਕੀਤੇ ਹੋਏ ਕਰਮਾਂ ਦਾ ਫਲ ਭੋਗਦਾ ਹੈ। ਸਤਿਗੁਰੂ ਜੀ ਦੀ ਪਾਵਨ ਬਾਣੀ ਦੇ ਬਚਨ ਹਨ ਕਿ ਪਰਮਾਤਮਾ ਆਪ ਸੱਚਾ ਹੈ, ਉਸ ਦਾ ਦਰਬਾਰ ਸੱਚਾ ਹੈ ਅਤੇ ਉਸ ਦੇ ਦਰਬਾਰ ਵਿੱਚ ਸੱਚ ਦੇ ਆਧਾਰ ਦੇ ਉੱਤੇ ਹੀ ਨਿਬੇੜਾ ਹੁੰਦਾ ਹੈ। ਉੱਥੇ ਹੈ ਸੱਚੋ ਹੀ ਸੱਚ ਨਿਬੜੈ, ਚੁਣ ਵੱਖ ਕੱਢੇ ਜਿਜ ਮਾਲਿਆ। ਜਪਜੀ ਸਾਹਿਬ ਜੀ ਦੇ ਅੰਦਰ ਸਤਿਗੁਰੂ ਜੀ ਦੇ ਬਚਨ ਹਨ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ। ਜਪਜੀ ਸਾਹਿਬ ਜੀ ਦੇ ਅੰਦਰ ਹੀ ਸਤਿਗੁਰੂ ਜੀ ਸਮਝਾਉਂਦੇ ਹਨ ਕਿ ਜੀਵ ਦੇ ਚੰਗੇ ਔਰ ਮੰਦੇ ਕਰਮਾਂ ਨੂੰ ਪਰਮਾਤਮਾ ਦੀ ਹਜ਼ੂਰੀ ਦੇ ਵਿੱਚ ਵਾਚਿਆ ਜਾਂਦਾ ਹੈ ਅਤੇ ਜੀਵ ਦੇ ਕੀਤੇ ਹੋਏ ਕਰਮਾਂ ਕਰਕੇ ਜੀਵ ਦੀ ਪਰਮਾਤਮਾ ਦੇ ਨਾਲੋਂ ਦੂਰੀ ਔਰ ਨੇੜਤਾ ਬਣਦੀ ਹੈ। ਸਾਹਿਬ ਜੀ ਦੇ ਬਚਨ ਹਨ, ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਸਤਿਗੁਰੂ ਜੀ ਸਮਝਾਉਂਦੇ ਹਨ ਕਿ ਇਹ ਸਰੀਰ ਮਾਨੋ ਇੱਕ ਖੇਤ ਹੈ ਜਿਸ ਵਿੱਚ ਜੀਵ ਨੇ ਕਰਮਾਂ ਦੀ ਖੇਤੀ ਕਰਨੀ ਹੈ ਅਤੇ ਜਿਹੋ ਜਿਹੇ ਕਰਮ ਕਰਦਾ ਹੈ ਉਹੋ ਜਿਹਾ ਇਸ ਨੂੰ ਫਲ ਭੁਗਤਣਾ ਪੈਂਦਾ ਹੈ। ਕਰਮ ਧਰਤੀ ਸਰੀਰ ਜੁਗ ਅੰਤਰ, ਜੋ ਬੋਵੈ ਸੋ ਖਾਤ। ਪਰ ਜੀਵ ਦੀ ਹਾਲਤ ਇਹ ਹੈ ਕਿ ਜੀਵ ਕਰਮ ਕੁਝ ਹੋਰ ਕਰਦਾ ਹੈ ਅਤੇ ਫਲ ਕੁਝ ਹੋਰ ਲੋਚਦਾ ਹੈ। ਬਾਬਾ ਫਰੀਦ ਜੀ ਨੇ ਸਮਝਾਇਆ ਹੈ ਕਿ ਇਸ ਜੀਵ ਦੀ ਹਾਲਤ ਠੀਕ ਉਸ ਜੱਟ ਜ਼ਿਮੀਂਦਾਰ ਵਰਗੀ ਹੈ ਜਿਸ ਨੇ ਬੀਜ ਤਾਂ ਕਿੱਕਰਾਂ ਦੇ ਬੀਜੇ ਹਨ, ਪਰ ਵੱਟ ਦੇ ਉੱਤੇ ਬੈਠ ਕੇ ਅਤੇ ਇਹ ਆਸ ਲਗਾ ਕੇ ਬੈਠਾ ਹੋਇਆ ਹੈ ਕਿ ਬਿਜੋਰ ਦੀਆਂ ਦਾਖਾਂ ਉੱਗਣਗੀਆਂ। ਜੀਵ ਦੀ ਹਾਲਤ ਤੇ ਇਹ ਹੈ ਕਿ ਕੰਮ ਕਰਦਾ ਹੈ ਉੱਨ ਕੱਤਣ ਦਾ ਅਤੇ ਆਸ ਇਹ ਲਾ ਕੇ ਬੈਠਾ ਹੋਇਆ ਹੈ ਕਿ ਉੱਨ ਦੀ ਜਗ੍ਹਾ 'ਤੇ ਰੇਸ਼ਮ ਦੇ ਲੱਛੇ ਲੱਥਣਗੇ। ਬਾਬਾ ਫਰੀਦ ਜੀ ਦੇ ਬਚਨ ਹਨ, ਫਰੀਦਾ ਲੋੜੈ ਦਾਖ ਬਿਜੋਰੀਆਂ, ਕਿੱਕਰ ਬੀਜੈ ਜੱਟ, ਹੰਢੈ ਉੱਨ ਕਤਾਏ ਦਾ, ਪਹਿਨਦਾ ਲੋੜੈ ਪੱਟ। ਪਰਮਾਤਮਾ ਆਪ ਸੱਚਾ ਹੈ, ਉਸ ਦਾ ਦਰਬਾਰ ਸੱਚਾ ਹੈ ਅਤੇ ਉਸ ਦੇ ਦਰਬਾਰ ਦਾ ਨਿਆਂ ਸੱਚਾ ਹੈ। ਅਤੇ ਸਤਿਗੁਰੂ ਜੀ ਸਮਝਾਉਂਦੇ ਹਨ ਕਿ ਸਾਰੇ ਸੰਸਾਰ ਨੂੰ ਪਰਮਾਤਮਾ ਆਪਣੇ ਹੁਕਮ ਵਿੱਚ ਚਲਾਉਂਦਾ ਹੈ ਅਤੇ ਹੁਕਮ ਦੀ ਕਲਮ ਜਿਹੜੀ ਹੈ ਜੀਵ ਦੇ ਕੀਤੇ ਹੋਏ ਕਰਮਾਂ ਅਨੁਸਾਰ ਚੱਲਦੀ ਹੈ। ਪਰਮਾਤਮਾ ਆਪ ਸੱਚਾ ਹੈ, ਉਸ ਦਾ ਨਿਆਂ ਸੱਚਾ ਹੈ, ਉਸ ਦਾ ਦਰਬਾਰ ਸੱਚਾ ਹੈ। ਸੱਚ ਦੇ ਆਧਾਰ ਦੇ ਉੱਤੇ ਹੀ ਨਿਬੇੜਾ ਕੀਤਾ ਜਾਂਦਾ ਹੈ। ਹੁਕਮ ਚਲਾਏ ਆਪਣੇ, ਕਰਮੀ ਵਹਿ ਕਲਾਮ, ਨਾਨਕ ਸੱਚਾ ਸੱਚ ਨਾਏ, ਸੱਚ ਸਭਾ ਦੀਵਾਨ। ਸੋ ਸਤਿਗੁਰੂ ਜੀ ਨੇ ਇਸ ਸ਼ਬਦ ਦੀਆਂ ਆਰੰਭ ਦੀਆਂ ਪੰਕਤੀਆਂ ਅੰਦਰ ਸਮਝਾਇਆ ਹੈ ਕਿ ਜੇਕਰ ਕੱਤਕ ਦੀ ਸੁਹਾਵਣੀ ਠੰਡੀ ਮਿੱਠੀ ਰੁੱਤ ਦੇ ਵਿੱਚ ਵੀ ਕੋਈ ਜੀਵ ਜਿਹੜਾ ਹੈ ਉਹ ਦੁਖੀ ਹੈ ਅਤੇ ਇਸ ਦਾ ਦੋਸ਼ ਕਿਸੇ ਹੋਰ ਦੇ ਮੱਥੇ ਨਹੀਂ ਮੜਿਆ ਜਾ ਸਕਦਾ। ਇਸ ਜੀਵ ਦੇ ਆਪਣੇ ਹੀ ਕੀਤੇ ਹੋਏ ਕਰਮਾਂ ਦਾ ਦੋਸ਼ ਹੈ, ਕਿਉਂਕਿ ਇਸ ਜੀਵ ਨੇ ਪਰਮਾਤਮਾ ਨੂੰ ਵਿਸਾਰ ਦਿੱਤਾ, ਪਰਮਾਤਮਾ ਨੂੰ ਭੁੱਲ ਗਿਆ।
ਜਿਸ ਕਰਕੇ ਸਾਰੇ ਹੀ ਰੋਗ ਜਿਹੜੇ ਹਨ ਉਹ ਇਸ ਦੇ ਉੱਤੇ ਆ ਕੇ ਦਬਾਅ ਪਾ ਲੈਂਦੇ ਹਨ। ਅਤੇ ਇਹ ਪਰਮਾਤਮਾ ਦਾ ਅਟੱਲ ਕਾਨੂੰਨ ਅਤੇ ਨਿਯਮ ਹੈ। ਪਰਮੇਸ਼ਰ ਤੇ ਭੁੱਲਿਆਂ ਵਿਆਪਨ ਸਭੇ ਰੋਗ। ਅਸਲ ਵਿੱਚ ਦੁੱਖ ਔਰ ਸੁੱਖ ਜਿਹੜੇ ਹਨ ਇਹ ਵੀ ਪਰਮਾਤਮਾ ਦੇ ਬਣਾਏ ਹੋਏ ਅਟੱਲ ਕਾਨੂੰਨ ਅਤੇ ਨਿਯਮਾਂ ਦੇ ਅਨੁਸਾਰ ਹੀ ਆਉਂਦੇ ਹਨ। ਪਰ ਦੁੱਖ ਜੀਵ ਨੂੰ ਉਦੋਂ ਦੁੱਖ ਲੱਗਦਾ ਹੈ ਜਦੋਂ ਇਹ ਜੀਵ ਪਰਮਾਤਮਾ ਨੂੰ ਭੁੱਲ ਜਾਂਦਾ ਹੈ। ਜਦੋਂ ਪਰਮਾਤਮਾ ਨੂੰ ਯਾਦ ਰੱਖਦਾ ਹੈ ਅਤੇ ਪਰਮਾਤਮਾ ਨੂੰ ਪਿਆਰ ਕਰਦਾ ਹੈ ਅਤੇ ਫਿਰ ਇਹ ਦੁੱਖ ਨੂੰ ਪਰਮਾਤਮਾ ਦੀ ਦਿੱਤੀ ਹੋਈ ਦਾਤ ਸਮਝਦਾ ਹੈ ਅਤੇ ਦੁੱਖ ਦੇ ਵਿੱਚ ਵੀ ਸੁੱਖ ਮਾਣਦਾ ਹੈ। ਸਤਿਗੁਰੂ ਜੀ ਸਮਝਾਉਂਦੇ ਹਨ, ਦੁੱਖ ਤਦੇ ਜਾਂ ਵਿਛੜ ਜਾਵੇ। ਜੀਵ ਨੂੰ ਦੁੱਖ ਵਿਆਪਦਾ ਹੀ ਉਦੋਂ ਹੈ ਜਦੋਂ ਇਹ ਪਰਮਾਤਮਾ ਤੋਂ ਵਿਛੜਦਾ ਹੈ, ਪਰਮਾਤਮਾ ਦੇ ਨਾਲੋਂ ਟੁੱਟਦਾ ਹੈ। ਪਰਮੇਸ਼ਰ ਤੇ ਭੁੱਲਿਆਂ ਵਿਆਪਨ ਸਭੇ ਰੋਗ। ਸਾਰੇ ਰੋਗ ਇਸ ਦੇ ਉੱਤੇ ਆ ਕੇ ਦਬਾਅ ਪਾ ਲੈਂਦੇ ਹਨ, ਕਿਉਂਕਿ ਜਿਨ੍ਹਾਂ ਨੇ ਵੀ ਇਸ ਜਨਮ ਵਿੱਚ ਪਰਮਾਤਮਾ ਦੀ ਯਾਦ ਵੱਲੋਂ ਮੂੰਹ ਮੋੜੀ ਰੱਖਿਆ, ਉਹਨਾਂ ਨੂੰ ਫਿਰ ਲੰਮੇ ਵਿਛੋੜੇ ਪੈ ਜਾਂਦੇ ਹਨ। ਬੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ। ਜੀਵ ਦੁਨੀਆ ਦੀਆਂ ਮੌਜਾਂ ਦੇ ਵਿੱਚ, ਦੁਨੀਆ ਦੀਆਂ ਬਹਾਰਾਂ ਦੇ ਵਿੱਚ, ਦੁਨੀਆ ਦੇ ਪਦਾਰਥਾਂ ਵਿੱਚ ਗਲਤਾਨ ਹੋ ਕੇ ਪਰਮਾਤਮਾ ਨੂੰ ਭੁੱਲ ਜਾਂਦਾ ਹੈ। ਸਤਿਗੁਰੂ ਜੀ ਸਮਝਾਉਂਦੇ ਹਨ ਕਿ ਜੀਵ ਦੇ ਕੋਲ ਜੋ ਕੁਝ ਵੀ ਹੈ, ਮਨ ਧਨ ਤੇਰਾ, ਧਨ ਵੀ ਤੇਰਾ, ਇਹ ਸਭ ਕੁਝ ਇਸ ਪਰਮਾਤਮਾ ਦਾ ਦਿੱਤਾ ਹੋਇਆ ਹੈ। ਪਰ ਜੀਵ ਜਿਹੜਾ ਹੈ ਸਭ ਕੁਝ ਲੈ ਕੇ ਪ੍ਰਾਪਤ ਕਰਕੇ ਵੀ ਪਰਮਾਤਮਾ ਨੂੰ ਭੁੱਲ ਜਾਂਦਾ ਹੈ। ਇਹਨਾਂ ਦਾਤਾਂ ਦੇ ਨਾਲ ਲਪਟ ਕੇ ਰਹਿ ਜਾਂਦਾ ਹੈ। ਦਾਤ ਪਿਆਰੀ ਵਿਸਰਿਆ ਦਾਤਾਰ। ਜਿਸ ਦਾਤੇ ਨੇ ਇਹ ਦਾਤਾਂ ਦਿੱਤੀਆਂ, ਸਰੀਰ ਦਿੱਤਾ, ਮਨ ਦਿੱਤਾ, ਇਹ ਸਰੀਰ ਦੇ ਇੰਦਰੇ ਦਿੱਤੇ, ਸੱਜਣ ਮਿੱਤਰ ਭੈਣ ਭਰਾ ਹੋਰ ਸੰਸਾਰ ਦੀਆਂ ਮੌਜਾਂ ਬਹਾਰਾਂ ਬਖਸ਼ਿਸ਼ ਕੀਤੀਆਂ, ਉਸ ਦਾਤੇ ਨੂੰ ਇਹ ਜੀਵ ਭੁੱਲ ਗਿਆ। ਜਿਸ ਕਰਕੇ ਸਤਿਗੁਰੂ ਜੀ ਸਮਝਾਉਂਦੇ ਹਨ ਕਿ ਪਰਮਾਤਮਾ ਨੂੰ ਭੁੱਲਣ ਕਰਕੇ ਅਤੇ ਇਹ ਦੁਨੀਆ ਦੇ ਪਦਾਰਥ ਜਿਹੜੇ ਹਨ ਇਸ ਜੀਵ ਦੇ ਵਾਸਤੇ ਦੁੱਖਦਾਈ ਸਾਬਤ ਹੋ ਜਾਂਦੇ ਹਨ। ਖਿਨ ਮੈਂ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ। ਮਾਇਆ ਦੇ ਭੋਗਾਂ ਵਿੱਚ ਗਲਤਾਨ ਹੋ ਕੇ ਪਰਮਾਤਮਾ ਨੂੰ ਵਿਸਾਰਿਆ ਅਤੇ ਇਹ ਮਾਇਆ ਦੇ ਭੋਗ ਵੀ ਇਸ ਜੀਵ ਵਾਸਤੇ ਦੁੱਖਦਾਈ ਸਾਬਤ ਹੋ ਗਏ। ਜਿਨ੍ਹਾਂ ਨੇ ਵੀ ਇਸ ਜਨਮ ਵਿੱਚ ਪਰਮਾਤਮਾ ਦੀ ਯਾਦ ਵੱਲੋਂ ਮੂੰਹ ਮੋੜੀ ਰੱਖਿਆ ਹੈ, ਉਹਨਾਂ ਨੂੰ ਲੰਮੇ ਵਿਛੋੜੇ ਪੈ ਜਾਂਦੇ ਹਨ। ਬੇਮੁਖ ਹੋਏ ਆਰਾਮ ਤੇ ਲੱਗਣ ਜਨਮ ਵਿਜੋਗ। ਸਤਿਗੁਰੂ ਜੀ ਦੀ ਬਾਣੀ ਸਮਝਾਉਂਦੀ ਹੈ ਕਿ ਇਹ ਮਨੁੱਖਾ ਜੀਵਨ ਦਾ ਅਵਸਰ ਪਰਮਾਤਮਾ ਦਾ ਮਿਲਾਪ ਪ੍ਰਾਪਤ ਕਰਨ ਵਾਸਤੇ ਮਿਲਿਆ ਹੈ। ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਭਗਤ ਕਬੀਰ ਜੀ ਦੇ ਬਚਨ ਮਿਲਦੇ ਹਨ, ਨਦੀ ਨਾਵ ਸੰਜੋਗ ਜਿਉ ਬਹੁਰ ਨਾ ਮਿਲਹਿ ਆਏ। ਜਿਉ ਬਨ ਫਲ ਪਾਕੇ ਭੋਏ ਗਿਰੇ, ਬਹੁਰ ਨਾ ਲਾਗੇ ਡਾਰ। ਪੌੜੀ ਛੁਟਕੀ ਫਿਰ ਹਾਥ ਨਾ ਆਵੇ, ਅਹਿਲਾ ਜਨਮ ਗਵਾਇਆ। ਇੱਕ ਵਾਰ ਹੱਥੋਂ ਨਿਕਲ ਗਿਆ ਸਮਾਂ, ਦੁਬਾਰਾ ਹੱਥ ਨਹੀਂ ਆਉਂਦਾ। ਜਨਮਾਂ ਜਨਮਾਂਤਰਾਂ ਦੇ ਲੰਮੇ ਵਿਛੋੜੇ ਪੈ ਜਾਂਦੇ ਹਨ। ਜਿਨ੍ਹਾਂ ਮਾਇਆ ਦੇ ਭੋਗਾਂ ਕਰਕੇ ਜੀਵ ਨੇ ਪਰਮਾਤਮਾ ਨੂੰ ਵਿਸਾਰਿਆ, ਉਹ ਮਾਇਆ ਦੇ ਭੋਗ ਵੀ ਇੱਕ ਛਿਨ ਦੇ ਵਿੱਚ ਇਸ ਦੇ ਵਾਸਤੇ ਦੁੱਖਦਾਈ ਸਾਬਤ ਹੋ ਜਾਂਦੇ ਹਨ। ਖਿਨ ਮੈਂ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ। ਹੁਣ ਹਾਲਤ ਇਹ ਬਣ ਗਈ ਹੈ ਕਿ ਉਸ ਦੁਖੀ ਹਾਲਤ ਵਿੱਚ ਕਿਸੇ ਪਾਸ ਵੀ ਨਿੱਤ ਰੋਣ ਦਾ ਕੋਈ ਲਾਭ ਨਹੀਂ ਹੁੰਦਾ, ਕਿਉਂਕਿ ਦੁੱਖ ਤਾਂ ਹੈ ਹੀ ਵਿਛੋੜੇ ਦੇ ਕਾਰਨ, ਅਤੇ ਵਿਛੋੜੇ ਨੂੰ ਦੂਰ ਕਰਨ ਲਈ ਕੋਈ ਵਿਚੋਲਾਪਣ ਵੀ ਨਹੀਂ ਕਰ ਸਕਦਾ। ਵਿੱਚ ਨਾ ਕੋਈ ਕਰ ਸਕੈ ਕਿਛ ਤੈ ਰੋਵੇ ਰੋਜ਼, ਕੀਤਾ ਕਿਛੂ ਨਾ ਹੋਵੀ ਲਿਖਿਆ ਧੁਰ ਸੰਜੋਗ। ਦੁਖੀ ਜੀਵ ਦੀ ਆਪਣੀ ਕੋਈ ਪੇਸ਼ ਨਹੀਂ ਜਾਂਦੀ। ਪਿਛਲੇ ਕੀਤੇ ਕਰਮਾਂ ਅਨੁਸਾਰ ਧੁਰੋਂ ਹੀ ਲਿਖੇ ਲੇਖਾਂ ਦੀ ਵਿਧ ਆ ਬਣਦੀ ਹੈ। ਜੋ ਵਿਚਾਰ ਅਸੀਂ ਪਹਿਲੇ ਸਤਿਗੁਰੂ ਜੀ ਦੇ ਬਚਨ ਸਾਹਮਣੇ ਰੱਖੇ ਸਨ, ਹੁਕਮ ਚਲਾਏ ਆਪਣੇ ਕਰਮੀ ਵਹਿ ਕਲਾਮ। ਜੀਵ ਦੇ ਕੀਤੇ ਹੋਏ ਕਰਮਾਂ ਅਨੁਸਾਰ ਹੁਕਮ ਦੀ ਕਲਮ ਜਿਹੜੀ ਹੈ ਉਹ ਚੱਲ ਜਾਂਦੀ ਹੈ। ਵਡਭਾਗੀ ਮੇਰਾ ਪ੍ਰਭ ਮਿਲੇ ਤਾਂ ਉਤਰੇ ਸਭ ਵਿਯੋਗ। ਹਾਂ, ਜੇ ਕਿਤੇ ਚੰਗੇ ਭਾਗਾਂ ਨੂੰ
ਪ੍ਰਭੂ ਆਪ ਆ ਮਿਲੇ ਤਾਂ ਵਿਛੋੜੇ ਤੋਂ ਪੈਦਾ ਹੋਏ ਸਾਰੇ ਦੁੱਖ ਮਿਟ ਜਾਂਦੇ ਹਨ। ਅਖੀਰ ਵਿੱਚ ਸਤਿਗੁਰੂ ਜੀ ਬਚਨ ਕਰਦੇ ਹਨ, ਨਾਨਕ ਦੀ ਤਾਂ ਇਹੀ ਬੇਨਤੀ ਹੈ ਕਿ ਹੇ ਮਾਇਆ ਦੇ ਬੰਧਨਾਂ ਤੋਂ ਛੁਡਾਉਣ ਵਾਲੇ ਮੇਰੇ ਮਾਲਕ, ਨਾਨਕ ਨੂੰ ਮਾਇਆ ਦੇ ਮੋਹ ਤੋਂ ਬਚਾ ਲਓ। ਨਾਨਕ ਕਉ ਪ੍ਰਭ ਰਾਖ ਲਏ ਮੇਰੇ ਸਾਹਿਬ ਬੰਦੀ ਮੋਚ, ਕਤਕ ਹੋਵੈ ਸਾਧ ਸੰਗ ਬਿਨਸੇ ਸਭੇ ਸੋਚ। ਕਤਕ ਦੀ ਸੁਆਦਲੀ ਰੁੱਤ ਵਿੱਚ ਜਿਨ੍ਹਾਂ ਨੂੰ ਸਾਧ ਸੰਗਤ ਮਿਲ ਜਾਏ, ਉਹਨਾਂ ਦੇ ਵਿਛੋੜੇ ਵਾਲੇ ਸਾਰੀ ਚਿੰਤਾ ਚੋਰੇ ਮੁੱਕ ਜਾਂਦੇ ਹਨ। ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ, ਫਤਿਹ ਦੀ ਸਾਂਝ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।